Today we are going to start, that is fundamental analysis. In this, firstly we do fundamental analysis, its various uses to the prospective investors. Then after that its drawbacks. Then after that we will do economic analysis. ਫੰਡਾਮੈਂਟਲ ਐਨਾਲਿਸਿਸ ਕੀ ਹੈ? ਫੰਡਾਮੈਂਟਲ ਐਨਾਲਿਸਿਸ ਉਹ ਵਾਲਾ ਐਨਾਲਿਸਿਸ ਹੈ ਜਿਹਦੇ ਵਿੱਚ ਆਪਾਂ ਜਿੰਨੀ ਸਾਡੀ ਸਿਕਿਉਰਿਟੀ ਦੀ ਟਰੂ ਵੈਲਿਊ ਹੈ, ਇੰਟਰੈਂਸਿਕ ਵੈਲਿਊ ਹੈ, ਉਹਨੂੰ ਡਿਟਰਮਾਈਨ ਕਰਦੇ ਹਾਂ। ਜਿਹੜੀ ਇੰਟਰੈਂਸਿਕ ਵੈਲਿਊ ਹੈ ਉਹ ਕੰਪੇਅਰ ਫਿਰ ਕਰਾਂਗੇ ਆਪਾਂ ਸਿਕਿਉਰਿਟੀ ਦੀ ਕਰੰਟ ਮਾਰਕੀਟ ਪ੍ਰਾਈਸ ਦੇ ਨਾਲ ਇਨ ਆਰਡਰ ਟੂ ਡਿਟਰਮਾਈਨ ਵੈਦਰ ਦਾ ਸਿਕਿਉਰਿਟੀ ਇਜ਼ ਓਵਰ ਪ੍ਰਾਈਸਡ ਔਰ ਅੰਡਰ ਪ੍ਰਾਈਸਡ। So fundamental analysis is what? In this we analyze the economic trend, industry trend and the company trend. In order to analyze ਜਿਹੜੀ ਇਹਦੀ intrinsic value ਹੈ, that is a true value, ਕਿੰਨੀ exact value ਹੋਣੀ ਚਾਹੀਦੀ ਕਿਸੇ particular company ਦੇ share ਦੀ, ਉਹਨੂੰ compare ਕਰਦੇ ਹਾਂ market ਦੇ ਵਿੱਚ ਉਹ share ਕਿੰਨੇ ਦਾ ਮਿਲਦਾ ਪਿਆ, ਜਿਹਦੇ ਬੇਸ ਤੇ ਆਪਾਂ determine ਕਰਾਂਗੇ ਕਿ ਉਹ over price ਹੈ ਕਿ under price ਹੈ। ਜਿਹੜੇ ਇਨਵੈਸਟਰਸ ਸਪੋਰਟ ਕਰ ਲੈਂਦੇ ਹੈ ਇਸ ਟਾਈਪ ਦੇ ਡਿਸਕ੍ਰਿਪੈਂਸੀਜ਼ ਨੂੰ ਬਿਟਵੀਨ ਦਾ ਮਾਰਕੀਟ ਪ੍ਰਾਈਸ ਐਂਡ ਦਾ ਇੰਟਰੈਂਸਿਕ ਪ੍ਰਾਈਸ, ਉਹ ਇਨਵੈਸਟਰਸ ਕੀ ਹੈ ਬਹੁਤ ਵਧੀਆ ਪ੍ਰੋਫਿਟ ਲੈ ਸਕਦੇ ਹੈ ਵਿਦ ਦੀ ਹੈਲਪ ਆਫ ਦਿਸ ਐਨਾਲਿਸਿਸ। ਸੋ ਫੰਡਾਮੈਂਟਲ ਐਨਾਲਿਸਿਸ ਦੇ ਵਿੱਚ ਦੋ ਟਾਈਪ ਦੀਆਂ ਆਪਾਂ ਅਪਰੋਚਿਸ ਯੂਜ਼ ਕਰਦੇ ਹਾਂ। ਫਰਸਟ ਵਨ ਦੇਅਰ ਇਜ਼ ਟੌਪ ਡਾਊਨ ਅਪਰੋਚ, ਦੈਨ ਦੇਅਰ ਇਜ਼ ਬੋਟਮ ਅਪ ਅਪਰੋਚ। ਟੌਪ ਡਾਊਨ ਨਾਮ ਤੋਂ ਕਲੀਅਰ ਹੋ ਰਿਹਾ ਹੈ। ਸਭ ਤੋਂ ਪਹਿਲਾਂ ਆਪਾਂ ਇਕਨੋਮੀ ਨੂੰ ਐਨਾਲਾਈਜ਼ ਕਰਾਂਗੇ, ਇਕੋਨਮੀ ਨੂੰ ਐਨਾਲਾਈਜ਼ ਕਰਕੇ ਫਿਰ ਇੰਡਸਟਰੀ ਨੂੰ, ਫਿਰ ਕੰਪਨੀ ਨੂੰ। बॉटम अप बिल्कुल ऑपोजिट है, पहला कंपनी फिर इंडस्ट्री फिर इकोनॉमी। आफ्टर दैट देयर इज फंडामेंटल एनालिसिस इज वेरी यूजफुल टू द प्रोस्पेक्टिव इन्वेस्टर्स इन द फॉलोइंग वेज। फर्स्ट वन देयर इज लॉन्ग टर्म ट्रेंड्स। ਤੁਹਾਨੂੰ ਮੈਂ ਪਹਿਲਾਂ ਵੀ ਡਿਫਰੈਂਸ ਵਿੱਚ ਦੱਸਿਆ ਸੀਗਾ ਕਿ ਜਿਹੜਾ ਫੰਡਾਮੈਂਟਲ ਐਨਾਲਿਸਿਸ ਹੈ ਉਹ ਲੌਂਗ ਟਰਮ ਇਨਵੈਸਟਮੈਂਟ ਦੇ ਲਈ ਮੰਨਿਆ ਜਾਂਦਾ ਬਹੁਤ ਵਧੀਆ, ਬਿਕੋਜ਼ ਇਹਦੇ ਵਿੱਚ ਜਿਹੜੀ ਆਪਣੀ ਐਬਿਲਿਟੀ ਹੈਗੀ ਆਈਡੈਂਟੀਫਾਈ ਕਰਨਾ ਅਤੇ ਪ੍ਰਿਡਿਕਟ ਕਰਨਾ ਇਕਨੋਮਿਕ ਟਰੈਂਡ ਨੂੰ, ਟੈਕਨੋਲੋਜੀ ਦੇ ਟਰੈਂਡ ਨੂੰ ਅਤੇ ਕੰਜ਼ਿਊਮਰ ਦੇ ਟਰੈਂਡ ਨੂੰ, ਉਹ ਇਨਵੈਸਟਰਸ ਨੂੰ ਬੈਨੀਫਿਟ ਦਿੰਦਾ ਕਿ ਉਹ ਸਹੀ ਟਾਈਮ 'ਤੇ ਸਹੀ ਟਾਈਪ ਦੀ ਇੰਡਸਟਰੀ ਚੂਜ਼ ਕਰਕੇ ਸਹੀ ਟਾਈਪ ਦੀ ਕੰਪਨੀ ਦੇ ਵਿੱਚ ਪੈਸਾ ਇਨਵੈਸਟ ਕਰੇ। ਦੈਨ ਦੇਅਰ ਇਜ਼ ਵੈਲਿਊ ਸਪੋਟਿੰਗ। ਜਿਹੜਾ ਇਹ ਵਾਲਾ ਐਨਾਲਿਸਿਸ ਹੈ ਇਹ ਹੈਲਪ ਕਰਦਾ ਹੈ ਕੰਪਨੀਜ਼, ਉਸ ਟਾਈਪ ਦੀਆਂ ਕੰਪਨੀਜ਼ ਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਜਿਹੜੀਆਂ ਕਿ ਤੁਹਾਨੂੰ ਗੁੱਡ ਵੈਲਿਊ ਦਿੰਦੀਆਂ। ਇਟ ਕੈਨ ਹੈਲਪ ਅਨਕਵਰ ਦ ਕੰਪਨੀਜ਼ ਵਿਦ ਵੈਲਿਊਏਬਲ ਐਸੈਟਸ, ਜਿਹੜੀਆਂ ਕੰਪਨੀਜ਼ ਤੁਸੀਂ ਕਵਰ ਨਹੀਂ ਕੀਤੀਆਂ, ਜਿਵੇਂ ਕਿ ਕੁਝ ਕੰਪਨੀਜ਼ ਦੇ ਵੈਲਿਊਏਬਲ ਐਸੈਟਸ ਹੈ, ਕੋਈ ਕੰਪਨੀ ਦੀ ਬੈਲੈਂਸ ਸ਼ੀਟ ਬਹੁਤ ਅੱਛੀ ਹੈ, ਉਹਦੀ ਸਟੇਬਲ ਅਰਨਿੰਗਸ ਹੈ, ਤੁਸੀਂ ਉਹ ਕਵਰ ਕਰ ਸਕਦੇ ਹੋ ਵਿਦ ਦੀ ਹੈਲਪ ਆਫ ਦਿਸ ਐਨਾਲਿਸਿਸ ਬਿਕੋਜ਼ ਵੀ ਐਨਾਲਾਈਜ਼ ਦ ਕੰਪਨੀਜ਼। ਬਿਜ਼ਨਸ ਅਵੇਅਰਨੈਸ ਵਿਦ ਦੀ ਹੈਲਪ ਆਫ ਫੰਡਾਮੈਂਟਲ ਐਨਾਲਿਸਿਸ, ਜਿਹੜਾ ਇਨਵੈਸਟਰ ਹੈ ਉਹ ਫੈਮਿਲੀਅਰ ਹੋ ਜਾਂਦਾ ਹੈ ਵਿਦ ਦਾ ਕੀ ਰੈਵਨਿਊ ਐਂਡ ਦਾ ਪ੍ਰੋਫਿਟ ਡਰਾਈਵਰਸ ਬਿਹਾਈਂਡ ਅ ਕੰਪਨੀ। ਮਤਲਬ ਜਦੋਂ ਆਪਾਂ ਐਨਾਲਾਈਜ਼ ਕਰਦੇ ਹਾਂ ਨਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕੰਪਨੀ ਦੇ ਕੀ ਰੈਵਨਿਊਜ਼ ਕਿਹੜੇ ਹੈ ਅਤੇ ਪ੍ਰੋਫਿਟ ਕਿੱਥੋਂ ਦੀ ਕੰਪਨੀ ਕਮਾਉਂਦੀ ਹੈ। ਜਿਹੜਾ ਇਹ ਅੰਡਰਸਟੈਂਡਿੰਗ ਹੈ ਇਹ ਇਨਵੈਸਟਰਸ ਨੂੰ ਹੈਲਪ ਕਰਦਾ ਹੈ ਟੂ ਅਵੋਇਡ ਦਾ ਕੰਪਨੀਜ਼ ਜਿਹੜੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਸ ਦੇ ਵਿੱਚ ਜਾਣਗੀਆਂ, ਉਹ ਕੰਪਨੀ 'ਚ ਆਪਾਂ ਪੈਸਾ ਇਨਵੈਸਟ ਨਹੀਂ ਕਰਾਂਗੇ, ਉਹ ਵਾਲੀ ਕੰਪਨੀਜ਼ 'ਚ ਪੈਸਾ ਲਗਾ ਦੇਵਾਂਗੇ ਜਿੱਥੋਂ ਸਾਨੂੰ ਪਤਾ ਕਿ ਪ੍ਰੋਫਿਟਸ ਵੱਧ ਤੋਂ ਵੱਧ ਹੋਣਗੇ। ਦੈਨ ਦੇਅਰ ਇਜ਼ ਵੈਲਿਊ ਡਰਾਈਵਰਸ। ਜਿਹੜੇ ਫੰਡਾਮੈਂਟਲ ਐਨਾਲਿਸਿਸ ਹੈ ਇਹ ਅਲਾਓ ਕਰਦਾ ਹੈ ਇਨਵੈਸਟਰਸ ਨੂੰ ਟੂ ਡਿਵੈਲਪ ਐਂਡ ਅੰਡਰਸਟੈਂਡਿੰਗ ਦਾ ਕੀ ਵੈਲਿਊ ਡਰਾਈਵਰਸ ਵਿਦ ਇਨ ਦਾ ਕੰਪਨੀ। ਇਸ ਸਟੋਕ ਇਜ਼ ਹੈਵੀਲੀ ਇਨਫਲੂਐਂਸਡ ਬਾਈ ਇਟਸ ਇੰਡਸਟਰੀ। ਕਿਸ ਇੰਡਸਟਰੀ ਦੀ ਕਿਹੜੀ ਕੰਪਨੀ 'ਚ ਤੁਸੀਂ ਪੈਸਾ ਲਗਾਉਣ ਜਾ ਰਹੇ ਹੋ, ਉਹ ਇੰਡਸਟਰੀ ਕਿਸ ਤਰੀਕੇ ਨਾਲ ਚੱਲ ਰਹੀ ਹੈ, ਉਹਦੇ ਬੇਸ 'ਤੇ ਆਪਾਂ ਓਪਰਚੁਨਿਟੀਜ਼ ਫਾਈਂਡ ਆਊਟ ਕਰਦੇ ਹਾਂ ਕਿ ਕਿੱਥੇ ਪੈਸਾ ਲਗਾਉਣਾ ਚਾਹੀਦਾ ਹੈ, ਕਿੱਥੇ ਪੈਸਾ ਨਹੀਂ ਲਗਾਉਣਾ ਚਾਹੀਦਾ। ਜਿਵੇਂ ਕਿ ਜਿਹੜੀਆਂ ਹਾਈ ਰਿਸਕ ਕੰਪਨੀ ਹੋ ਗਈਆਂ, ਟੈਕਨੀਕਲ ਆਟੋਮੋਬਾਈਲ ਵਾਲੀਆਂ ਹੋ ਗਈਆਂ, ਯੂਟਿਲਿਟੀ ਵਿੱਚ ਲੋ ਰਿਸਕ ਹੁੰਦਾ ਹੈ, ਗਰੋਥ ਕੰਪਨੀਜ਼ ਕੰਪਿਊਟਰ ਫੀਲਡ ਦੇ ਵਿੱਚ ਆ ਜਾਂਦੀਆਂ। ਸੋ ਆਪਾਂ ਇਹ ਇੰਡਸਟਰੀਜ਼ ਨੂੰ ਚੂਜ਼ ਕਰਦੇ ਹੋਏ ਦੇਖਦੇ ਕਿਹੜੀ ਕੰਪਨੀ 'ਚ ਪੈਸਾ ਲਗਾਉਣਾ ਹੈ। ਨੋਇੰਗ ਹੂਜ਼ ਹੂ। ਸਟੋਕ ਮੂਵ ਐਜ਼ ਏ ਗਰੁੱਪ। ਕਹਿੰਦੇ ਹਮੇਸ਼ਾ ਜਿਹੜਾ ਸਟੋਕ ਪ੍ਰਾਈਸ ਦਾ ਜਿਹੜਾ ਚੱਲਦਾ ਹੈ ਨਾ ਉਹ ਐਜ਼ ਅ ਗਰੁੱਪ ਚੱਲਦਾ ਹੈ। ਇਨਵੈਸਟਰ ਜਿਹੜੇ ਹੈਗੇ ਆ ਉਹ ਬੈਟਰ ਕੈਟੇਗਰਾਈਜ਼ ਕਰ ਸਕਦੇ ਆ ਸਟੋਕ ਨੂੰ ਉਹਨਾਂ ਦੇ ਰੈਲੀਵੈਂਟ ਇੰਡਸਟਰੀ ਗਰੁੱਪ ਦੇ ਅਕੋਰਡਿੰਗਲੀ, ਅਤੇ ਦੇਖ ਸਕਦੇ ਆ ਕਿ ਕਿਹੜਾ ਸਟੋਕ ਅਪ ਜਾਏਗਾ, ਕਿਹੜਾ ਸਟੋਕ ਡਾਊਨ ਜਾਏਗਾ। ਉਹਨਾਂ ਦੀ ਵੈਲਿਊਏਸ਼ਨ ਰੈਲੀਵੈਂਟ ਵੈਲਿਊਏਸ਼ਨਸ ਕਰਦੇ ਹੋਏ ਉਹ ਡਿਟਰਮਾਈਨ ਕਰਨਗੇ ਕਿਹੜੇ ਸਟੋਕ 'ਚ ਪੈਸਾ ਲਗਾਉਣਾ ਕਿਹੜੇ 'ਚ ਨਹੀਂ ਲਗਾਉਣਾ। So these are the various benefits of fundamental analysis. Now there is weakness or drawbacks of fundamental analysis. First one, there is time constraints. ਕਹਿੰਦੇ ਜਿਹੜੇ fundamental analysis ਹੈ ਨਾ can be extraordinary time consuming. It often produce valuation that are contradictory to the current price prevailing on security market. What does it mean? ਉਹ ਕਹਿੰਦੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜਿਹੜਾ ਫੰਡਾਮੈਂਟਲ ਐਨਾਲਿਸਿਸ ਹੈ ਉਹ ਲੌਂਗ ਟਰਮ ਦੇ ਲਈ ਹੈ, ਬਟ ਜ਼ਰੂਰੀ ਨਹੀਂ ਹੈ ਕਿ ਜੋ ਤੁਸੀਂ ਇਸ ਟਾਈਮ ਪ੍ਰਿਡਿਕਟ ਕਰ ਰਹੇ ਹੋ ਲੌਂਗ ਰਨ ਦੇ ਵਿੱਚ ਮਾਰਕੀਟ ਤੁਹਾਡੀ ਉਵੇਂ ਹੀ ਚੱਲੇਗੀ। ਆਪਾਂ ਬਹੁਤ ਵਧੀਆ ਰੀਸੈਂਟ ਐਗਜ਼ਾਮਪਲ ਲੈਂਦੇ ਜੋ ਅੱਜ ਦੀ ਡੇਟ ਦੇ ਵਿੱਚ ਕਰੋਨਾ ਵਾਇਰਸ ਕਰਕੇ ਪ੍ਰੋਬਲਮ ਚੱਲ ਰਹੀ ਹੈ। ਸੋ ਇਹਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਕਿ ਕਿਸੇ ਨੇ ਪ੍ਰਿਡਿਕਟ ਕੀਤਾ ਹੋਏਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਾਰਕੀਟ ਇੰਨੀ ਡਾਊਨਫਾਲ ਜਾਣੀ ਹੈ, ਬਿਕੋਜ਼ ਅਗਰ ਆਪਾਂ ਲੌਂਗ ਰਨ ਲੈਵਲ 'ਤੇ ਇਨਵੈਸਟਮੈਂਟ ਕਰਦੇ ਹਾਂ ਤਾਂ ਡੈਫੀਨੇਟਲੀ ਐਵੇਂ ਦੀ ਸ਼ੋਰਟਕਮਿੰਗ ਸਾਨੂੰ ਫੇਸ ਕਰਨੀਆਂ ਪੈਂਦੀਆਂ ਹੀ ਹੈ।
ਇੰਡਸਟਰੀ ਕੰਪਨੀ ਸਪੈਸੀਫਿਕ ਕਹਿੰਦੇ ਇਹਦੇ ਵਿੱਚ ਫੰਡਾਮੈਂਟਲ ਐਨਾਲਿਸਿਸ ਦੇ ਵਿੱਚ ਆਪਾਂ ਕੰਪਨੀ ਨੂੰ ਐਨਾਲਾਈਜ਼ ਕਰਦੇ ਹਾਂ, ਇੰਡਸਟਰੀ ਨੂੰ ਐਨਾਲਾਈਜ਼ ਕਰਦੇ ਹਾਂ, ਸੋ ਇਟ ਇਜ਼ ਅ ਇੰਡਸਟਰੀ ਕੰਪਨੀ ਸਪੈਸੀਫਿਕ ਬਟ as a result it is very important to find out the various types of valuation techniques or models. So different techniques, different models ਹੁੰਦੇ ਹੈ in the analysis of fundamental in regarding the you can say that fundamental analysis. So ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਫੋਰ ਐਗਜ਼ਾਮਪਲ ਜੇ ਕੋਈ ਵੀ ਟੈਕਨੀਕ ਜਾਂ ਕੋਈ ਵੀ ਮੋਡਲ ਅਗਰ ਇੰਟਰਨੈਟ ਸਰਵਿਸ ਪ੍ਰੋਵਾਈਡਰ ਦੇ ਲਈ ਸਕਸੈਸਫੁਲ ਹੈ, ਠੀਕ ਹੈ, ਕਿ ਉਹ ਕੰਪਨੀ ਕਿਵੇਂ ਚੱਲ ਰਹੀ, ਇੰਡਸਟਰੀ ਕਿਵੇਂ ਚੱਲ ਰਹੀ ਹੈ, ਉਹ ਆਇਲ ਕੰਪਨੀ ਦੇ ਲਈ ਸਕਸੈਸਫੁਲ ਨਹੀਂ ਹੋਏਗਾ। ਸੋ ਤੁਸੀਂ ਡਿਫਰੈਂਟ ਕੰਪਨੀ ਸਿਲੈਕਟ ਕਰਨੀ ਹੈ, ਡਿਫਰੈਂਟ ਇੰਡਸਟਰੀ ਸਿਲੈਕਟ ਕਰਨੀ ਹੈ ਇਨਵੈਸਟਮੈਂਟ ਕਰਨ ਦੇ ਲਈ, ਡਿਫਰੈਂਟ ਇਕੋਨਮੀ ਸਿਲੈਕਟ ਕਰਨੀਆਂ ਹੈ, ਉਹਨੇ ਹੀ ਤੁਹਾਨੂੰ ਮੋਡਲ ਚੂਜ਼ ਕਰਨੇ ਪੈਂਦੇ ਹੈ, ਉਹਨੇ ਹੀ ਤੁਹਾਨੂੰ ਟੈਕਨੀਕਸ ਦੇਖਣੀਆਂ ਪੈਂਦੀਆਂ ਜਿਹੜਾ ਕਿ ਬਹੁਤ ਹੀ ਲਮਸਮ ਪ੍ਰੋਸੀਜਰ ਚਲਾ ਜਾਂਦਾ ਹੈ। Then there is subjectivity is there. As we know that the fundamental analysis is based on some assumptions. So assumptions अगर change होंगे तो analysis भी खराब हो जाएगा. So there is a subjectivity is there. Then analyst biasness. कहते ਜਿਹੜੇ ਵੀ ਕੰਪਨੀ ਹੈ ਨਾ, ਜਿਹੜੀ ਕੰਪਨੀ ਹੈ ਉਹਨਾਂ ਦੇ ਵਿੱਚ ਨਾ ਇਨਵੈਸਟਰ ਨੂੰ ਕੰਸਲਟ ਕਰਨ ਦੇ ਲਈ ਰਿਲੇਸ਼ਨ ਮੈਨੇਜਰਸ ਰੱਖੇ ਹੁੰਦੇ ਹੈ। ਉਹ ਕੀ ਕਰਦੇ ਹੈ, ਜਿਹੜੇ ਐਨਾਲਿਸਟ ਕਮਿਊਨਿਟੀ ਨੂੰ ਹੈਂਡਲ ਕਰਦੇ ਹੈ ਤੇ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈਗੀ ਸਟੋਕ ਮਾਰਕੀਟ ਦੀ ਰਿਲੀਜ਼ ਕਰਦੇ ਹੈ। This type of analyst because of their relationship with company officials can show biasness. मतलब कि वो biasness show ਕਰਨਗੇ ਕਿਸੇ ਨੂੰ ਜਿੰਦੇ ਨਾਲ ਰਿਲੇਸ਼ਨਸ ਅੱਛੇ ਹੈ ਉਸ ਐਨਾਲਿਸਟ ਕਮਿਊਨਿਟੀ ਵਾਲੀ ਜਗ੍ਹਾ 'ਤੇ ਉਹ ਵਧੀਆ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੀ ਹੈ, ਜਿੱਥੇ ਰਿਲੇਸ਼ਨਸ ਨਹੀਂ ਹੈਗੇ ਉੱਥੇ ਕੁਝ ਉਹ ਹਿਡਨ ਇਨਫੋਰਮੇਸ਼ਨ ਵੀ ਰੱਖ ਰਹੀ ਹੈ। ਸੋ ਦਿਸ ਟਾਈਪ may create a problems for the fundamental analyst.